ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਤਨ ਦੀਨ ਚਾਨਣੀ ਚਕੋਦ ਚਾਰ ਚਹੂੰ ਦੇਸ਼। ਝਾਲਰ ਜਰੀ ਕੀ ਗਨ ਲਰੀ ਮੁਕਤਾਨ ਕੀ। ਤਨ ਦੀਨ ਚਾਨਣੀ ਚਕੋਦ ਚਾਰ ਚਹੂੰ ਦੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਬਹੁਤ ਹੀ ਵਡਭਾਗੇ ਹੋ ਜੋ ਕਿ ਸੰਧਿਆ ਕਾਲ ਦੇ ਸਜੇ ਹੋਏ ਪਾਵਨ ਪਵਿੱਤਰ ਦਰਬਾਰਾਂ ਅੰਦਰ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਪਰ ਵਿਰਾਜਮਾਨ ਦਸੋ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ। ਜ਼ਾਹਰਾ ਜ਼ਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਹਾਜ਼ਰੀਆਂ ਭਰ ਰਹੇ ਹੋ। ਸਜੇ ਹੋਏ ਪਾਵਨ ਪਵਿੱਤਰ ਸੰਧਿਆ ਕਾਲ ਦੇ ਦੀਵਾਨਾਂ ਅੰਦਰ ਅੰਮ੍ਰਿਤ ਰੂਪ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਵਿਚਾਰ ਦਾ ਸਮਾਂ ਹੋਇਆ। ਮਨੋ ਬਿਰਤੀਆਂ ਦੇ ਤਾਈ ਇਕਾਗਰ ਕਰਦਿਆਂ ਹੋਇਆ ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਨਾਹਣ ਦੇਸ਼ ਦਾ ਰਾਜਾ ਮੇਦਨੀ ਪ੍ਰਕਾਸ਼ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਤੇ ਸ਼ਿਵਾਲਕਾ ਦੀਆਂ ਪਹਾੜੀਆਂ, ਇਹ ਜੋ ਸਾਰਮੌਰ ਦੇਸ਼ ਦੀਆਂ ਪਹਾੜੀਆਂ ਹਨ, ਇਹਨਾਂ ਦੀ ਸੈਰ ਕਰਵਾਉਂਦਿਆਂ ਸਤਿਗੁਰਾਂ ਨੂੰ ਉਚਿਤ ਸਥਾਨ ਪਸੰਦ ਕਰਾਉਣ ਵਾਸਤੇ ਜੰਗਲ ਦੇ ਵਿੱਚ ਵਿਚਰ ਰਿਹਾ ਹੈ। ਇਉਂ ਚੱਲਦਿਆਂ ਹੋਇਆਂ ਜਿਸ ਵੇਲੇ ਜਮਨਾ ਨਦੀ ਦੇ ਤਟ ਕਿਨਾਰੇ ਤੇ ਪਹੁੰਚੇ ਹੈ ਸਤਿਗੁਰੂ ਜੀ, ਤੇ ਸਤਿਗੁਰਾਂ ਦੇ ਮਨ ਨੂੰ ਅਸਥਾਨ ਬਹੁਤ ਭਾਇਆ ਜਿੱਥੇ ਸਾਰਮੌਰ ਦੇਸ਼ ਤੇ ਗੜਵਾਲ ਦੇਸ਼ ਦੀ ਸਰਹੱਦ ਲੱਗਦੀ ਸੀ। ਸਤਿਗੁਰੂ ਜੀ ਜਿਸ ਵੇਲੇ ਉਸ ਸਥਾਨ ਨੂੰ ਪਸੰਦ ਕਰਦਿਆਂ ਰਾਜੇ ਮੇਦਨੀ ਪ੍ਰਕਾਸ਼ ਨੂੰ ਕਹਿਣ ਲੱਗੇ ਕਿ ਸਾਡੇ ਮਨ ਨੂੰ ਬੜਾ ਭਾਇਆ ਹੈ, ਤੇ ਰਾਜਾ ਵੀ ਹੱਥ ਬੰਦ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਅੰਤਰਜਾਮੀ, ਮੇਰੇ ਮਨ ਦੀ ਗੱਲ ਬੁੱਝ ਲਈ ਤੁਸੀਂ। ਤੁਹਾਨੂੰ ਅਨੰਦਪੁਰ ਸਾਹਿਬ ਤੋਂ ਮੈਂ ਬੇਨਤੀ ਕਰਕੇ ਇਸੇ ਕਾਰਨ ਹੀ ਸੱਦਿਆ ਸੀ ਕਿਉਂਕਿ ਗੜਵਾਲੀਏ ਰਾਜੇ ਨਾਲ ਸ਼ਤਰੁਤਾ ਹੈ ਤੇ ਉਹ ਅਨੇਕ ਵਾਰੀ ਹੀ ਹਮਲਾਵਰ ਬਣ ਕੇ ਆਉਂਦਾ ਹੈ ਤੇ ਅਨੇਕ ਤਰ੍ਹਾਂ ਦੇ ਕਸ਼ਟ ਪਹੁੰਚਾਉਣ ਦਾ ਯਤਨ ਕਰਦਾ। ਸੋ ਇੱਥੋਂ ਤੱਕ ਗੜਵਾਲ ਦੀ ਸਰਹੱਦ ਹੈ ਤੇ ਸਰਹੱਦ ਤੇ ਆਪ ਪੜਾ ਲਾ ਲਓਗੇ ਤੇ ਸ਼ਤਰੂ ਦਾ ਭੈ ਮੇਰੇ ਅੰਦਰੋਂ ਸਮਾਪਤ ਹੋ ਜਾਵੇਗਾ। ਸੁਣ ਕੇ ਸਤਿਗੁਰਾਂ ਨੇ ਤਦੋਂ
ਰਾਜੇ ਨੂੰ ਆਸਵਾਸਨ ਦਿੱਤਾ, ਧੀਰਜ ਦਿੱਤੀ ਤੇ ਕਿਹਾ, ਰਾਜਨ ਹੁਣ ਅਸੀਂ ਇੱਥੇ ਬੈਠੇ ਹਾਂ, ਕੋਈ ਸ਼ਤਰੂ ਤੇਰੇ ਵੱਲ ਬੁਰੀ ਦ੍ਰਿਸ਼ਟੀ ਦੁਆਰਾ ਤੱਕ ਨਹੀਂ ਪਾਵੇਗਾ। ਸੋ ਇਤਿਆਦ ਬਚਨ ਵਿਲਾਸ ਹੋ ਰਹੇ ਹਨ ਤੇ ਸਤਿਗੁਰਾਂ ਨੇ ਇਸ ਜਮਨਾ ਨਦੀ ਦੇ ਕਿਨਾਰੇ ਤੇ ਜਿੱਥੇ ਇਹ ਸਾਰਮੌਰ ਦੇਸ਼ ਦੀ ਸਰਹੱਦ ਹੈ ਤੇ ਗੜਵਾਲ ਦੀ ਹੱਦ ਸੀਮਾ ਹੈ, ਇੱਥੇ ਗੁਰਾਂ ਪੜਾ ਲਾ ਲਿਆ। ਇਹ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਤਨ ਦੀਨ ਚਾਨਨੀ ਚਕੋਦ ਚਾਰ ਚਹੂੰ ਦੇਸ਼। ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਗੁਰਾਂ ਦੀ ਫੌਜ ਨੇ ਪੜਾ ਲਾਇਆ ਅਤੇ ਸਤਿਗੁਰਾਂ ਦੇ ਵਾਸਤੇ ਸੋਹਣੀ ਚਾਨਣੀ ਜਿਹੜੀ ਹੈ ਉਹ ਤਣ ਦੇਣਾ ਕੀਤੀ ਹੈ। ਚਾਰ ਕੋਦ ਚਾਰੇ ਕੋਨਿਆਂ ਤੋਂ ਚਾਰੇ ਪਾਸਿਆਂ ਨੂੰ ਖਿੱਚ ਕੇ ਤੇ ਚੰਦੂਆ ਤਾਣ ਦਿੱਤਾ ਹੈ। ਝਾਲਰ ਜਰੀ ਕੀ ਗਨ ਲਰੀ ਮੁਕਤਾਨ ਕੀ। ਜਰੀਦਾਰ ਝਾਲਰ ਹੈ ਜਿਸ ਚੰਦੋਏ ਨੂੰ ਲੱਗੀ ਹੋਈ ਸੁਨਹਿਰੀ ਝਾਲਰ ਤੇ ਜਿਹਦੇ ਨਾਲ ਮੋਤੀਆਂ ਦੀਆਂ ਲੜੀਆਂ ਲਟਕ ਰਹੀਆਂ। ਰੇਸ਼ਮ ਕੀ ਡੋਰਨ ਸੋ ਐਚ ਕਰ ਜੋਰਨ ਸੋ। ਰੇਸ਼ਮ ਦੀਆਂ ਡੋਰਾਂ ਦੇ ਨਾਲ ਜ਼ੋਰ ਦੇ ਨਾਲ ਐਂਚ ਕੇ ਖਿੱਚ ਕੇ। ਬੰਧਨ ਚਾਹੂੰ ਔਰਨ ਸੋ ਗਾਡੀ ਕੈ ਮਹਾਨ ਕੀ। ਤੇ ਚੰਗੀ ਤਰ੍ਹਾਂ ਦ੍ਰਿੜਤਾ ਦੇ ਨਾਲ ਇਹ ਚਾਨਣੀ ਨੂੰ ਬੰਨਿਆ। ਰੇਸ਼ਮ ਦੀਆਂ ਡੋਰਾਂ ਪਾਈਆਂ ਹਨ, ਚੰਗੀ ਤਰ੍ਹਾਂ ਕੱਸ ਕੇ ਤੇ ਚਾਨਣੀ ਤਾਣ ਦਿੱਤੀ ਗਈ ਹੈ, ਚੰਦੋਆ ਤਾਣ ਦਿੱਤਾ ਗਿਆ ਹੈ। ਤੰਬੂ ਜੋ ਕਦੰਬ ਆੜ ਦੀਨੇ ਹੈ ਬਿਲੰਬ ਬਿਨ। ਫਿਰ ਜਿਹੜੇ ਤੰਬੂ ਹਨ ਉਹਨਾਂ ਨੂੰ ਵੀ ਆੜ ਦੀਨੇ ਹੈ, ਜਿਹੜੇ ਤੰਬੂ ਹੈ ਉਹ ਵੀ ਤਾਣ ਦਿੱਤੇ ਹਨ ਬਿਨਾਂ ਵਿਲੰਬ ਬਿਨਾਂ ਦੇਰੀ ਤੋਂ। ਤਾਨੀ ਹੈ ਬਨਾਤ ਕੀ ਕਨਾਤ ਔਟ ਠਾਨ ਕੀ। ਅਤੇ ਬਨਾਤ ਨਾਮ ਦੇ ਕੱਪੜੇ ਦੀਆਂ ਬਣੀਆਂ ਹੋਈਆਂ ਜਿਹੜੀਆਂ ਕਨਾਤਾਂ ਹਨ ਉਹ ਵੀ ਓਟ ਵਾਸਤੇ ਓਲੇ ਵਾਸਤੇ ਉਹ ਲਾ ਦਿੱਤੀਆਂ ਹਨ ਤੰਬੂਆਂ ਦੇ ਨਾਲ। ਲੈਨ ਹੈ ਕਿ ਕਾਨ ਕੀ ਸਹਾਈ ਦੁੱਤਬਾਨ ਕੀ। ਕਿ ਕਾਨ ਨਾਮ ਘੋੜਿਆਂ ਦਾ ਹੈ, ਘੋੜਿਆਂ ਦੀਆਂ ਜਿਹੜੀਆਂ ਲੈਣਾ ਬਣ ਕੇ ਘੋੜੇ ਲਾਏ ਹੋਏ ਹਨ। ਲੈਨ ਹੈ ਕਿ ਕਾਨ ਕੀ, ਘੋੜਿਆਂ ਦੀ ਕਤਾਰ ਬਣੀ ਹੋਈ ਹੈ ਤੇ ਸੁਹਾਈ ਦੁੱਤਵਾਨ ਕੀ, ਬਹੁਤ ਸ਼ੋਭਾ ਸੰਯੁਕਤ ਉਹ ਸੁਹਾ ਰਹੀਆਂ, ਸੋਹਣੀਆਂ ਲੱਗ ਰਹੀਆਂ। ਬਣਾਈ ਬੁੱਧਵਾਨ ਕੀ ਦਿਖਾਈ ਰੰਗਵਾਨ ਕੀ। ਜਿਹੜੀਆਂ ਬੜੇ ਬੁੱਧੀਵਾਨ ਸਿਆਣਿਆਂ ਨੇ ਬਣਾਈਆਂ ਇਹ ਕਤਾਰਾਂ ਤੇ ਰੰਗਵਾਨ ਕੀ। ਇਉਂ ਰੰਗਵਾਨ ਨਾਮ ਚਿੱਟੇ ਰੰਗ ਦੇ ਤੇ ਕਾਲੇ ਰੰਗ ਦੇ। ਇਹ ਜਿਹੜੇ ਘੋੜੇ ਹਨ ਇਹ ਰੰਗ ਵਾਲੇ ਘੋੜਿਆਂ ਦੀਆਂ ਚਿੱਟਿਆਂ ਦੀਆਂ ਵੱਖਰੀਆਂ ਕਤਾਰਾਂ ਹੈ, ਕਾਲੇ ਰੰਗ ਦੇ ਘੋੜਿਆਂ ਦੀਆਂ ਕਤਾਰਾਂ ਵੱਖਰੀਆਂ। ਕਿਉਂ ਬੜੇ ਬੁੱਧੀਵਾਨ ਸਿਆਣੇ ਗੁਰਸਿੱਖਾਂ ਨੇ ਕਤਾਰ ਵਿੱਚ ਘੋੜੇ ਲਾਏ ਹੈ। ਲਾਗਿਓ ਹੈ ਅਸ਼ੇਸ਼ ਡੇਰਾ ਉਠ ਕੈ ਨਰੇਸ਼ ਹੇਰਾ। ਜਦੋਂ ਸਾਰਾ ਪੜਾ ਲੱਗ ਗਿਆ ਤੇ ਨਰੇਸ਼ ਮੇਦਨੀ ਪ੍ਰਕਾਸ਼ ਰਾਜੇ ਨੇ ਉੱਠ ਕੇ ਵੇਖਿਆ। ਲੈ ਕੇ ਗੁਰ ਆਏ ਸਕੋ ਆਪ ਜਾਣ ਕੀਨਿਓ। ਜਦੋਂ ਜਾਣਿਆ ਕਿ ਗੁਰਾਂ ਦਾ ਸਾਰਾ ਪੜਾ ਲੱਗ ਗਿਆ ਹੈ ਤੇ ਸਤਿਗੁਰਾਂ ਕੋਲੋਂ ਆਦੇਸ਼ ਲਈ ਆਗਿਆ ਲਈ ਤੇ ਆਪਣੇ ਰਾਜ ਮਹੱਲਾ ਨਾਹਣ ਵੱਲ ਨੂੰ ਚਲਿਆ ਗਿਆ। ਦੂਨ ਅਬਿਰਾਮਨੀ ਮੈਂ ਜਾਮਨੀ ਬਤੀਤ ਕਰੀ। ਇਹ ਦੂਣ ਜਿਹੜਾ ਇਲਾਕਾ ਹੈ ਨਾਹਣ ਦੀ ਦੂਣ ਦਾ ਬੜਾ ਸੁੰਦਰ ਹੈ। ਸੋ ਇਹ ਅਬਿਰਾਮ ਦੂਨ ਸੁੰਦਰ ਦੂਣ ਦੇ ਵਿੱਚ
ਸਤਿਗੁਰਾਂ ਪੜਾ ਲਾ ਕੇ ਰਾਤ ਬਤੀਤ ਕੀਤੀ ਹੈ। ਜਮਨਾ ਕੇ ਜਲ ਮੈਂ ਇਸ਼ਨਾਨ ਕਰ ਲੀਨਿਓ। ਅਤੇ ਫਿਰ ਜਮਨਾ ਦੇ ਜਲ ਵਿੱਚੋਂ ਅੰਮ੍ਰਿਤ ਵੇਲੇ ਸਤਿਗੁਰਾਂ ਇਸ਼ਨਾਨ ਕੀਤਾ। ਚਾਰ ਘਰੀ ਦਿਨ ਚਰੇ ਨਾਹ ਨੇਸ਼ ਪਾਸ ਆਇਓ। ਜਦੋਂ 4 ਘੜੀਆਂ ਦਿਨ ਚੜ ਗਿਆ ਤੇ ਨਾਨੇਸ਼ ਮੇਦਨੀ ਪ੍ਰਕਾਸ਼ ਰਾਜਾ ਫਿਰ ਸਤਿਗੁਰਾਂ ਦੇ ਕੋਲ ਆਇਆ। ਬੰਦਨਾ ਕੋ ਠਾਨ ਭਾਗ ਪ੍ਰਭੂ ਪ੍ਰੇਮ ਪੀਨਿਓ। ਪ੍ਰਭੂ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਪ੍ਰੇਮ ਵਿੱਚ ਭਿੱਜੇ ਹੋਏ ਨੇ। ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ, ਨਮਸਕਾਰ ਕੀਤੀ। ਬੈਠ ਕੇ ਪ੍ਰਸੰਗ ਕੋਈ ਬੋਲਿਓ ਰਸ ਰੰਗ ਸੋਈ। ਇਹ ਬੈਠ ਕੇ ਗੁਰੂ ਹਜ਼ੂਰੀ ਦੇ ਵਿੱਚ ਤੇ ਆਪਣੇ ਹੀ ਕੁਝ ਵਿਵਹਾਰਕ ਤਥਾ ਕੁਝ ਗੁਰਮਤ ਪ੍ਰਸੰਗ ਸਤਿਗੁਰਾਂ ਦੇ ਨਾਲ ਚਲਾਏ ਹਨ ਤੇ ਬੜੇ ਪ੍ਰੇਮ ਰੰਗ ਵਿੱਚ ਭਿੱਜਾ। ਬੂਝਿਓ ਜਯੋ ਬਤਾਏ ਦੇਤ ਬਿਲਮ ਬਹੀਨਿਓ। ਜਿਵੇਂ ਜਿਵੇਂ ਰਾਜਾ ਮਨ ਵਿੱਚ ਉਤਪੰਨ ਹੋਣ ਵਾਲੇ ਜਿਹੜੇ ਸਵਾਲ ਗੁਰਾਂ ਕੋਲੋਂ ਪੁੱਛਦਾ ਹੈ, ਗੁਰੂ ਉਹਨਾਂ ਦੇ ਯਥਾਰਥ ਉੱਤਰ ਦੇ ਰਹੇ ਹਨ। ਜੇ ਜੋ ਸੁਭਾਵਕ ਹੀ ਜੀਵ ਦੇ ਮਨ ਦੇ ਵਿੱਚ ਸਵਾਲ ਉਤਪੰਨ ਹੁੰਦੇ ਆ, ਉਹ ਰਾਜੇ ਦੇ ਮਨ ਦੇ ਵਿੱਚ ਵੀ ਸਵਾਲ ਉਤਪੰਨ ਹੋ ਰਹੇ ਹਨ। ਗੁਰਾਂ ਕੋਲ ਉਹਨਾਂ ਦੇ ਉੱਤਰ ਜਾਣਨ ਦਾ ਅਭਿਲਾਖੀ ਪ੍ਰੇਮ ਸੰਯੁਕਤ ਬਿਨੈ ਕਰਦਾ ਹੈ ਤੇ ਸਤਿਗੁਰੂ ਜੀ ਉਹਨੂੰ ਯਥਾਰਥ ਉੱਤਰ ਦਿੰਦੇ ਹਨ। ਭਵ ਸਾਗਰ ਤੋਂ ਤਰਨਾ ਕਿਵੇਂ ਹੈ, ਜੀਵ ਕਿੱਧਰੋਂ ਆਇਆ ਹੈ, ਇਸਨੇ ਕਿੱਧਰ ਜਾਣਾ। ਇਹ ਅਧਿਆਤਮਕ ਸਵਾਲ ਜਿਵੇਂ ਗੁਰਾਂ ਕੋਲੋਂ ਪੁੱਛਦਾ ਹੈ, ਤਥਾ ਗੁਰਦੇਵ ਉੱਤਰ ਦਿੰਦੇ ਹੈ। ਬਾਟ ਕੋ ਪ੍ਰਕਾਸ਼ ਕੀਨ ਮੇਦਨੀ ਪ੍ਰਕਾਸ਼ ਸੰਗ। ਮੇਦਨੀ ਪ੍ਰਕਾਸ਼ ਰਾਜੇ ਨਾਲ ਸਤਿਗੁਰਾਂ ਨੇ ਉਹ ਵਾਕ ਪ੍ਰਕਾਸ਼ ਕੀਤੇ, ਬਚਨ ਬਲਾਸ ਕੀਤੇ। ਸੁਨੋ ਮਹਿ ਪਾਲਕ ਜਯੋ ਜੀਤ ਰਾਜਨੀਤ ਕੀ। ਸਤਿਗੁਰੂ ਜੀ ਫਿਰ ਰਾਜੇ ਨੂੰ ਕਹਿਣ ਲੱਗੇ, ਰਾਜਨ ਜਿਹੜੀ ਰਾਜਨੀਤੀ ਦੀ ਰੀਤ ਹੈ ਨਾ, ਮਰਜ਼ਾਦਾ ਹੈ, ਉਹ ਸੁਣ ਤੈਨੂੰ ਦੱਸਦੇ ਆ। ਸੁਬਟ ਪ੍ਰਚੰਡ ਕੋ ਕਮੰਡ ਹੋਏ ਆਗੇ ਬਹੋ। ਸੁਬਟ ਪ੍ਰਚੰਡ ਕੋ, ਜਿਹੜਾ ਸੁਬਟ ਹੁੰਦਾ ਨਾ ਸੂਰਮਾ, ਪ੍ਰਚੰਡ ਤਿੱਖੇ ਬਲ ਵਾਲਾ, ਘਮੰਡ ਹੋਏ ਆਗੇ ਬਹੁ। ਜਿਹਨੂੰ ਪਹਿਲੋਂ ਹੀ ਘਮੰਡ ਹੋਵੇ, ਜਿਹਨੂੰ ਪਹਿਲੋਂ ਹੀ ਹੰਕਾਰ ਹੋਵੇ ਆਪਣੇ ਬਲ ਦਾ। ਕੈਸੇ ਬਿਨ ਜੰਗ ਤੇ ਧਰੈਂਗੇ ਧੀਰ ਚੀਤ ਕੀ। ਉਹ ਫਿਰ ਜੰਗ ਬਿਨਾ ਕਿਵੇਂ ਚਿੱਤ ਵਿੱਚ ਧੀਰਜ ਧਾਰਨ ਕਰ ਸਕਦਾ ਹੈ। ਅਰਥਾਤ ਜੇ ਸ਼ਤਰੂ ਘਮੰਡੀ ਹੈ ਨਾ, ਤੇ ਉਹਦੇ ਮਨ ਦੇ ਵਿੱਚ ਬਿਨਾ ਜੰਗ ਕੀਤੇ ਤੋਂ ਸ਼ਾਂਤੀ ਨਹੀਂ ਆਉਣੀ। ਜੇ ਸ਼ਤਰੂ ਘਮੰਡੀ ਹੈ, ਵਧੈ ਗੋ ਵਿਰੋਧ ਸਮ ਸ਼ੇਰ ਕੇ ਬਸਨ ਜੋਧ। ਤੇ ਜਦੋਂ ਸ਼ਤਰੂ ਦੇ ਨਾਲ ਵਿਰੋਧ ਵੱਧ ਗਿਆ ਜਾਂ ਵੱਧ ਜਾਵੇਗਾ ਤੇ ਸਮ ਸ਼ੇਰ ਦੀ ਨਿਆਈ ਫਿਰ ਯੋਧਿਆਂ ਦਾ ਇੱਥੇ ਵਸਣਾ ਹੋਵੇਗਾ। ਜਿਹੜੇ ਇੱਥੇ ਯੋਧੇ ਆ, ਸਿੱਖ ਸੂਰਮੇ ਆ ਨਾ, ਇਹਨਾਂ ਦਾ ਇੱਥੇ ਰਹਿਣਾ ਬੱਬਰ ਸ਼ੇਰਾਂ ਦੀ ਨਿਆਈ ਹੋਵੇਗਾ। ਹਤੈ ਸ਼ਮਸ਼ੇਰ ਕ੍ਰੋਧ ਰਸ਼ਾ ਕਰੈ ਮੀਤ ਕੀ। ਤੇ ਸ਼ਮਸ਼ੇਰ ਨਾਮ ਤਲਵਾਰ ਬੜੇ ਵੀਰ ਰਸ ਵਿੱਚ ਆ ਕੇ ਸ਼ਤਰੂ ਤੇ ਚਲਾਉਣਗੇ ਸੂਰਮੇ, ਤੇ ਰਸ਼ਾ ਕਰੈ ਮੀਤ ਕੀ, ਆਪਣੇ ਮਿੱਤਰ ਦੀ ਰੱਖਿਆ ਕਰਨਗੇ। ਤੈਨੂੰ ਮਿੱਤਰ ਜਾਣ ਕੇ ਹਰ ਤਰ੍ਹਾਂ ਨਾਲ ਤੇਰੀ ਸਹਾਇਤਾ, ਤੇਰੀ ਮਦਦ ਕਰਨਗੇ। ਚਾਹੀਏ ਮਵਾਸ ਕੋਟ ਬਣੈ ਪਾਸ ਆਪ ਪਾਸ ਓਟ। ਤੇ ਇਹ ਜੰਗ ਵਾਸਤੇ ਰਾਜਨ, ਇੱਥੇ ਮਵਾਸੀ ਹੋਣ ਵਾਸਤੇ, ਸ਼ਤਰੂ ਤੋਂ ਆਕੀ ਹੋਣ ਵਾਸਤੇ ਇੱਥੇ ਕੋਟ ਬਣਨਾ ਚਾਹੀਦਾ ਹੈ, ਇੱਥੇ ਕਿਲਾ ਬਣਨਾ ਚਾਹੀਦਾ ਹੈ, ਆਸ ਪਾਸ ਓਟ, ਤਾਂ ਕਿ ਜਿੱਥੇ ਫੌਜ ਦਾ ਪੜਾਅ ਲੱਗਾ ਹੈ ਉਹਦੇ ਆਸੇ ਪਾਸੇ ਓਟ ਹੋਵੇ, ਕਿਲੇ ਦੀ ਕੰਧ ਹੋਵੇ।
ਤਰਾਸ ਦੇ ਰੇ ਪੂਨ ਪੁਨ ਆਸ ਧਰੈ ਜੀਤ ਕੀ। ਜੋ ਇਤਨਾ ਸੁਦ੍ਰਿੜ ਕਿਲਾ ਹੋਵੇ ਕਿ ਸ਼ਤਰੂ ਨੂੰ ਤਰਾਸਤ ਕਰ ਦੇਵੇ, ਸ਼ਤਰੂ ਕਿਲੇ ਨੂੰ ਵੇਖ ਕੇ ਹੀ ਡਰ ਜਾਵੇ ਅਤੇ ਆਸ ਧਰੈ ਜੀਤ ਕੀ। ਫਿਰ ਜਿੱਤ ਦੀ ਜਿਹੜੀ ਆਸਾ ਹੈ ਨਾ ਉਹ ਧਾਰਨ ਕਰਦੇ ਹਾਂ ਜਾਂ ਕਰਾਂਗੇ। ਨਾਹਨ ਨਰਿੰਦ ਹਾਥ ਬੰਦ ਕੇ ਬਖਾਨਿਓ ਤਬ। ਇਹ ਜਿਹੜਾ ਨਾਹਣ ਦਾ ਨਰਿੰਦ ਹੈ ਮੇਦਨੀ ਪ੍ਰਕਾਸ਼, ਇਹ ਹੱਥ ਜੋੜ ਕੇ ਕਹਿਣ ਲੱਗਾ, ਬਣੈ ਤਤਕਾਲ ਨਾ ਬਿਲਮ ਮੋਹਿ ਭਾਏ ਹੈ। ਇਹ ਸਤਿਗੁਰੂ ਜੀ ਬਣੈ ਤਤਕਾਲ, ਆਪ ਜੀ ਦਾ ਆਦੇਸ਼ ਚਾਹੀਦਾ, ਆਪ ਜੀ ਦਾ ਹੁਕਮ ਚਾਹੀਦਾ। ਪਾਤਸ਼ਾਹ ਬੜੀ ਛੇਤੀ ਬਣ ਜਾਏਗਾ ਕਿਲਾ, ਨਾ ਬਿਲੰਬ ਮੋਹਿ ਭਾਏ। ਦੇਰੀ ਤੇ ਮੈਨੂੰ ਵੀ ਨਹੀਂ ਪਾਉਂਦੀ, ਚੰਗੀ ਨਹੀਂ ਲੱਗਦੀ। ਪਾਤਸ਼ਾਹ ਤੁਸੀਂ ਆਦੇਸ਼ ਦਿਓ ਤੇ ਅਲਪ ਸਮੇਂ ਵਿੱਚ ਹੀ ਕਿਲਾ ਤਿਆਰ ਹੋ ਜਾਵੇਗਾ। ਸਗਰੀ ਅਨੀਕ ਔਰ ਪ੍ਰਜਾ ਜੇਤੀ ਦੇਸ਼ ਬੀਚ। ਜਿੰਨੀ ਮੇਰੇ ਕੋਲ ਫੌਜ ਹੈ ਤੇ ਜਿੰਨੀ ਮੇਰੇ ਦੇਸ਼ ਵਿੱਚ ਪ੍ਰਜਾ ਹੈ, ਕਰੇ ਹੋਂ ਬਿਰੋਟਨ ਪਹੁੰਚੇ ਸਹਸਾਏ ਹੈ। ਮੈਂ ਉਹ ਸਾਰਿਆਂ ਨੂੰ ਇਕੱਤਰਤ ਕਰਕੇ ਤੇ ਆਪ ਜੀ ਦੇ ਕੋਲ ਛੇਤੀ ਲੈ ਆਵਾਂਗਾ, ਬਟੋਰਨ ਕਰਕੇ, ਇਕੱਠੀ ਕਰਕੇ ਫੌਜ ਵੀ ਤੇ ਜਿਹੜੇ ਮੇਰੇ ਦੇਸ਼ ਵਿੱਚ ਵਸਣ ਵਾਲੇ ਹੋਰ ਲੋਕ ਹੈ ਉਹਨਾਂ ਨੂੰ ਵੀ ਮੈਂ ਇਕੱਠਿਆਂ ਕਰਕੇ ਤੇ ਇੱਥੇ ਲੈ ਆਵਾਂਗਾ। ਕਰੀਏ ਹਕਾਰਨ ਮਜ਼ਦੂਰ ਔਰ ਕਾਰੀਗਰ। ਤੇ ਕਾਰੀਗਰਾਂ ਨੂੰ ਤੇ ਮਜ਼ਦੂਰਾਂ ਨੂੰ ਹਕਾਰਨ ਕਰੀਏ, ਸਦੀਏ। ਸੁਣ ਬੇ ਤੇ ਜਹਾਂ ਕਹਾਂ ਆਏ ਉਤ ਲਾਏ ਹੈ। ਜਦੋਂ ਆਪਾਂ ਇਹ ਸੂਚਨਾ ਫੈਲਾਵਾਂਗੇ ਕਿ ਕਾਰੀਗਰਾਂ ਤੇ ਮਜ਼ਦੂਰਾਂ ਦੀ ਲੋੜ ਹੈ ਤੇ ਜਹਾਂ ਕਹਾਂ ਜਿੱਥੋਂ ਕਿਥੋਂ ਕਾਰੀਗਰ ਤਥਾ ਮਜ਼ਦੂਰ ਆ ਪਹੁੰਚਣਗੇ। ਆਪਨ ਲਗਾਵੋ ਸੈਨ ਸੀਗਰ ਹੋਏ ਤਿਆਰ ਐਨ। ਸੋ ਤੁਸੀਂ ਵੀ ਆਪਣੀ ਸੈਨਾ ਪਾਤਸ਼ਾਹ ਨਾਲ ਲਾਇਓ ਤੇ ਸ਼ੀਘਰ ਤਿਆਰ ਹੋਏ ਐਨ। ਇਹ ਐਨ ਘਰ ਭਾਵ ਕਿਲਾ ਛੇਤੀ ਤਿਆਰ ਹੋ ਜਾਵੇਗਾ। ਹਮੈ ਕਾਹੂ ਹੈ ਨਾ ਰਿਪ ਤਰਾਸ ਘਨੇ ਪਾਏ ਹੈ। ਹਮੈ ਕਾਹੂ ਭੈ ਨਾ, ਤੇ ਸਾਨੂੰ ਕਿਸੇ ਦਾ ਭੈ ਨਹੀਂ ਤੁਹਾਡੇ ਹੁੰਦਿਆਂ। ਤੇ ਰਿਪ ਤਰਾਸ ਘਨੇ ਪਾਏ, ਸ਼ਤਰੂ ਘਣਾ ਤਰਾਸ ਡਰ ਪਾ ਜਾਵੇਗਾ, ਅਰਥਾਤ ਸ਼ਤਰੂ ਡਰ ਜਾਵੇਗਾ। ਸਵਈਆ ਸ੍ਰੀ ਕਲਗੀਧਰ ਸੋ ਕਹਿ ਕੈ। ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੂੰ ਰਾਜੇ ਨੇ ਇਸ ਤਰ੍ਹਾਂ ਬਚਨ ਕੀਤੇ। ਸਭ ਗ੍ਰਾਮਨ ਮੈਂ ਤਤਕਾਲ ਪਠਾਏ। ਅਤੇ ਸਾਰੇ ਹੀ ਨਗਰਾਂ ਵਿੱਚ ਤਤਕਾਲ ਛੇਤੀ ਹੀ ਸੁਨੇਹੇ ਭੇਜ ਦਿੱਤੇ। ਮਾਨਵ ਬ੍ਰਿੰਦ ਬਟੋਰਨ ਕੀਨ। ਬਹੁਤ ਮਨੁੱਖ ਇਕੱਤਰਤ ਕੀਤੇ, ਸੱਦ ਲਏ ਰਾਜੇ ਨੇ। ਉਹਦੇ ਨਿਜ ਦੇਸ਼ ਮੈਂ ਸਾਰੇ ਬੁਲਾਏ। ਅਤੇ ਬ੍ਰਿੰਦ ਮਜੂਰ ਸਾਰੇ ਜਿਹੜੇ ਹੋਤੇ ਨਿਜ ਦੇਸ਼ ਮੈਂ ਸਾਰੇ ਬੁਲਾਏ। ਜਿਨੇ ਆਪਣੇ ਦੇਸ਼ ਦੇ ਵਿੱਚ ਸੀ ਕੋਈ ਕੰਮ ਕਰਨ ਵਾਲੇ, ਕਾਮੇ, ਮਜ਼ਦੂਰ, ਕਾਰੀਗਰ, ਉਹ ਸਾਰੇ ਸੱਦ ਲੈ ਗਏ। ਆਏ ਹਜ਼ਾਰਨ ਕੋਟ ਬਣਾਵਨ। ਹਜ਼ਾਰਾਂ ਲੋਕ ਕਿਲਾ ਬਣਾਉਣ ਵਾਸਤੇ ਆ ਪਹੁੰਚੇ। ਬਰਿੰਦ ਮਜੂਰ ਸੁਣੇ ਚੱਲ ਆਏ। ਫਿਰ ਮਜ਼ਦੂਰ ਵੀ ਵੱਖ-ਵੱਖ ਇਲਾਕਿਆਂ ਚੋਂ ਜਦੋਂ ਇਹ ਸੂਚਨਾ ਫੈਲ ਗਈ, ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਸੰਯੁਕਤ ਕਿਲੇ ਦੀ ਉਸਾਰੀ ਕਰਨ ਜਾ ਰਿਹਾ ਹੈ, ਤਾਂ ਅਨੇਕਾਂ ਮਜ਼ਦੂਰ ਸੁਣ ਕੇ ਆ ਪਹੁੰਚੇ। ਪੀਰ ਭਈ ਗੁਰ ਤੇਗ ਚੱਲੈ। ਗੁਰ ਦੇਗ ਚੱਲੈ। ਬਹੁਤ ਭੀੜਾ ਲੱਗ ਗਈ ਹੈ। ਜਿੱਥੇ ਸਤਿਗੁਰਾਂ ਥਾਂ ਪਸੰਦ ਕੀਤਾ ਉਥੇ ਤੇ ਗੁਰੂ ਘਰ ਦੇ ਵਿੱਚ ਦੇਗ ਲੰਗਰ ਬੇਅੰਤ ਵਰਤਦਾ ਹੈ। ਅਤੁੱਟ ਦੇਗ ਲੰਗਰ ਚੱਲਣ ਲੱਗਾ। ਤੋਟ ਰਹਿ ਬਿਖ ਕੈ ਬਿਸਮਾਏ। ਬਿਨ ਤੋਟ ਰਹਿ, ਬਿਨਾ ਤੋਟ, ਬਿਨਾ ਘਾਟੇ ਤੋਂ ਬੇਅੰਤ ਦੇਗ ਲੰਗਰ ਵਰਤਦਾ ਹੈ। ਚਾਹੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਤਰਤ ਹੋ ਗਏ ਹੈ,
ਪਰ ਗੁਰੂ ਕੇ ਦੇਗ ਲੰਗਰ ਵਿੱਚ ਕੋਈ ਤੋਟ ਨਹੀਂ, ਘਾਟਾ ਨਹੀਂ। ਵੇਖਣ ਵਾਲੇ ਬੜੇ ਬਿਸਮੈ ਹੁੰਦੇ, ਬੜੇ ਹੈਰਾਨ ਹੁੰਦੇ ਹਨ, ਇਤਨਾ ਟੁੱਟ ਲੰਗਰ ਗੁਰੂ ਘਰ ਵਰਤਦਾ ਹੈ। ਦੋਹਰਾ ਭਈ ਭੀਰ ਜਿਤ ਕਿਤੋਂ ਤੇ, ਜਿੱਥੋਂ ਕਿਤੋਂ ਲੋਕੀ ਆਏ ਇਕੱਤਰਤ ਹੋਏ, ਬੜੀ ਵੱਡੀ ਭੀੜਾ ਲੱਗ ਗਈ। ਨਰ ਪਹੁੰਚੇ ਸਮੁਦਾਏ, ਸਮੂਹ ਮਨੁੱਖ ਆ ਪਹੁੰਚੇ। ਜੰਗਲ ਮਹਿ ਮੰਗਲ ਕਰਿਓ, ਜੰਗਲ ਵਿੱਚ ਮੰਗਲ ਲਾਤਾ, ਖੁਸ਼ੀਆਂ ਹੋ ਗਈਆਂ। ਜੰਗਲ ਦੇ ਵਿੱਚ ਮੇਲੇ ਲੱਗ ਗਏ। ਕਲਗੀ ਧਰ ਹਰ ਖਾਏ, ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਬੜੇ ਪ੍ਰਸੰਨ ਹਨ। ਤੋਟਕ ਛੰਦ ਹਿਤ ਕੋਟ ਚਨਾਵਨ ਚਾਹੇ ਧਰੀ, ਕਿਲੇ ਦੀ ਉਸਾਰੀ ਦੀ ਇੱਛਾ ਸਤਿਗੁਰਾਂ ਧਾਰਨ ਕੀਤੀ। ਕਲਗੀ ਧਰ ਆਇਸ ਏਵ ਕਰੀ, ਤੇ ਕਲਗੀਧਰ ਪਾਤਸ਼ਾਹ ਗੁਰਾਂ ਨੇ ਇਸ ਤਰ੍ਹਾਂ ਆਗਿਆ ਦਿੱਤੀ। ਅਬ ਲਿਹੋ ਹਜ਼ਾਰ ਕਰਾਹ ਕਰੋ, ਸਤਿਗੁਰਾਂ ਗੁਰਸਿੱਖਾਂ ਨੂੰ ਕਿਹਾ, ਲਾਂਗਰੀ ਗੁਰਸਿੱਖਾਂ ਨੂੰ, ਭਾਈ 1000 ਰੁਪਏ ਦਾ ਕੜਾ ਪ੍ਰਸ਼ਾਦ ਕਰੋ। ਜਮਨਾ ਤਟ ਲਿਆਏ ਬਿਨਾਏ ਧਰੋ, ਤੇ ਬਣਾ ਕੇ ਸਵਾਰ ਕੇ ਜਮਨਾ ਦੇ ਕਿਨਾਰੇ ਤੇ ਲਿਆ ਕੇ ਰੱਖੋ। ਸੁਨ ਆਇਸ ਦਾਸਨ ਸੀਗਰ ਧਰੀ, ਗੁਰੂ ਹੁਕਮ ਸੁਣ ਕੇ ਤੇ ਦਾਸਾਂ ਨੇ ਬੜੀ ਸ਼ੀਘਰਤਾ, ਬੜੀ ਕਾਹਲੀ ਨਾਲ ਇਹ ਕਾਰਜ ਕੀਤਾ, ਸੇਵਾ ਨਿਭਾਈ। ਬਨਵਾਏ ਭਲੇ ਵਿਦ ਸੰਚ ਕਰੀ, ਤੇ ਭਲੀ ਪ੍ਰਕਾਰ ਸਮੱਗਰੀ ਇਕੱਤਰਤ ਕਰਕੇ ਤੇ ਕੜਾ ਪ੍ਰਸ਼ਾਦੀ ਦੇਗ ਤਿਆਰ ਕੀਤੀ। ਸਭ ਆਨ ਧਰਿਓ ਤਤਕਾਲ ਤਹਾਂ, ਜਿਸ ਵੇਲੇ ਪ੍ਰਸ਼ਾਦ ਤਿਆਰ ਹੋ ਗਿਆ ਤੇ ਉੱਥੇ ਲਿਆ ਕੇ ਰੱਖ ਦਿੱਤਾ ਜਿੱਥੇ ਗੁਰਾਂ ਕਿਹਾ ਸੀ। ਜਮਨਾ ਤਟ ਬੈਠਣ ਥਾਨ ਜਹਾਂ, ਜਿੱਥੇ ਜਮਨਾ ਨਦੀ ਦੇ ਕਿਨਾਰੇ ਤੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਬੈਠਿਆ ਕਰਦੇ ਆ, ਉੱਥੇ ਲਿਆ ਕੇ ਰੱਖਤਾ। ਗੁਰ ਨਾਨਕ ਆਦਿਕ ਨਾਮ ਲਏ ਲੀਏ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਲੈ ਕੇ 9 ਪਾਤਸ਼ਾਹੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਤੱਕ ਨਾਮ ਲੈ ਕੇ ਤੇ ਅਰਦਾਸ ਕੀਤੀ ਗਈ। ਕਰ ਜੋਰ ਖਰੇ ਅਰਦਾਸ ਕੀਏ, ਹੱਥ ਜੋੜ ਕੇ ਸਾਰੇ ਖਲੋਤੇ ਹਨ ਤੇ ਅਰਦਾਸ ਹੋਈ। ਦਸਮੋ ਪਾਤਸ਼ਾਹ ਚਨਾਵਤ ਹੈ, ਅਰਦਾਸ ਵਿੱਚ ਕੀ ਕਿਹਾ ਹੈ ਕਿ ਹੇ ਵੱਡੇ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਆਪ ਜੀ ਦੇ ਹੀ ਸਰੂਪ ਦਸਵੇਂ ਪਾਤਸ਼ਾਹ ਕਿਲਾ ਚਨਵਾ ਰਹੇ ਹਨ। ਕਿਲੇ ਦੀ ਉਸਾਰੀ ਪ੍ਰਾਰੰਭ ਕਰਨੀ ਹੈ। ਜਮਨਾ ਤਟ ਕੋਟ ਬਨਾਵਤ ਹੈ, ਜਮਨਾ ਨਦੀ ਦੇ ਕਿਨਾਰੇ ਤੇ ਕਿਲਾ ਬਣਨ ਜਾ ਰਿਹਾ ਹੈ। ਦਿਨ ਰੈਨ ਸਹਾਇਕ ਆਪ ਬਣੋ, ਤੇ ਆਪ ਜੀ ਦਿਨ ਰਾਤ ਹਮੇਸ਼ਾ ਸਹਾਇਕ ਬਣਿਓ, ਰੱਖਿਅਕ ਬਣਿਓ। ਬਿਗਨਾਗਨ ਕੋ ਤਤਕਾਲ ਹਨੋ, ਤੇ ਸਮੂਹ ਉਸਾਰੀ ਵਿੱਚ ਪੈਣ ਵਾਲੇ ਵਿਘਨ ਜਿਹੜੇ ਆ ਉਹਨਾਂ ਨੂੰ ਤਤਕਾਲ ਛੇਤੀ ਹੀ ਨਾਸ ਕਰ ਦਿਓ। ਇਮ ਹੋਏ ਖਰੇ ਅਰਦਾਸ ਕਰੀ, ਇਸ ਤਰ੍ਹਾਂ ਖਲੋ ਕੇ ਅਰਦਾਸ ਕੀਤੀ। ਕਰ ਬੰਦ ਭਲੇ ਫਰਮਾਨ ਕਰੀ, ਪ੍ਰਣਾਮ ਕਰੀ। ਫਿਰ ਹੱਥ ਜੋੜ ਪ੍ਰਣਾਮ ਨਮਸਕਾਰ ਕੀਤੀ, ਧਰਤੀ ਤੇ ਸਿਰ ਲਾ ਕੇ ਨਤਮਸਤਕ ਹੋਏ। ਬਾਹਰੋ ਸਭ ਮੈਂ ਵਰਤਾਏ ਦਿਓ, ਫਿਰ ਸਾਰਿਆਂ ਦੇ ਵਿੱਚ ਪ੍ਰਸ਼ਾਦ ਜਿਹੜਾ ਹੈ ਉਹ ਵਰਤਾ ਦਿੱਤਾ ਹੈ। ਕਰ ਆਦਰ ਲੈ ਮੁਖ ਖਾਨ ਕੀਓ, ਤੇ ਸਾਰਿਆਂ ਨੇ ਇਹ ਗੁਰਾਂ ਦੁਆਰਾ ਕੜਾ ਪ੍ਰਸ਼ਾਦੀ ਦੇਗ ਜੋ ਵਰਤਾਈ ਜਾ ਰਹੀ ਹੈ ਬੜਾ ਅਦਬ ਕੀਤਾ, ਸਤਿਕਾਰ ਕੀਤਾ ਤੇ ਸਾਰਿਆਂ ਨੇ ਪ੍ਰਸ਼ਾਦ ਲੈ ਕੇ ਛਕਿਆ। ਪੁਨ ਆਪ ਉਠੇ ਨ੍ਰਿਪ ਸੰਗ ਲਿਓ, ਪੁਨ ਆਪ ਉਠੇ। ਫਿਰ ਸਤਿਗੁਰੂ ਜੀ ਆਪ ਉੱਠ ਖਲੋਤੇ ਆ ਤੇ ਰਾਜੇ ਨੂੰ ਨਾਲ ਲਿਆ, ਮੇਦਨੀ ਪ੍ਰਕਾਸ਼ ਨੂੰ। ਪ੍ਰਧਾਨ ਸਮੂਹ ਸੋ ਸੰਗ ਭਇਓ, ਤੇ ਪ੍ਰਧਾਨ ਜਿਹੜੇ ਮੁਖੀ ਗੁਰਸਿੱਖ ਹਨ
ਜਾਂ ਫਿਰ ਕਾਰੀਗਰ ਵੱਡੇ ਉਹ ਵੀ ਸਾਰੇ ਨਾਲ ਤੁਰ ਪਏ। ਵਿਸਤਾਰ ਜਿਤੇਕ ਬਿਲਾਸ ਚਾਹੋ, ਤੇ ਜਿਤਨਾ ਵੱਡਾ ਵਿਸਥਾਰ ਸਤਿਗੁਰੂ ਜੀ ਚਾਹੁੰਦੇ ਸੀ ਉਹ ਸਤਿਗੁਰਾਂ ਦੱਸਿਆ। ਚਿਨਬੇ ਕਹੋ ਕੋਟ ਸੁਨਾਏ ਕਹੋ, ਤੇ ਚਿਨਣ ਵਾਸਤੇ ਸੁਣਾ ਦਿੱਤਾ ਹੈ। ਸਿਆਣੇ ਗੁਰਸਿੱਖਾਂ ਦੀ ਵੀ ਸਲਾਹ ਲੈ ਲਈ ਹੈ ਤੇ ਸਤਿਗੁਰਾਂ ਆਪ ਵੀ ਕਾਰੀਗਰਾਂ ਨੂੰ ਦੱਸ ਦਿੱਤਾ ਕਿ ਇੰਨਾ ਵੱਡਾ ਇੰਨਾ ਖੁੱਲਾ ਕਿਲਾ ਹੋਣਾ ਚਾਹੀਦਾ ਹੈ। ਜਿਤ ਬੀਚ ਹਜ਼ਾਰੋ ਵੀਰ ਰਹੈ, ਜਿਹਦੇ ਵਿੱਚ ਹਜ਼ਾਰਾਂ ਹੀ ਸੂਰਮੇ ਰਹਿ ਸਕਣ, ਇਤਨਾ ਵੱਡਾ ਕਿਲਾ ਚਾਹੀਦਾ ਹੈ। ਬਿੰਦਨ ਕੋ ਜਹ ਥਾਨ ਰਹੈ, ਜਿਹਦੇ ਵਿੱਚ ਓਨੇ ਹੀ ਜਿੰਨੇ ਸੂਰਮੇ ਓਨੇ ਘੋੜੇ ਵੀ ਵਿੱਚ ਖੁੱਲੇ ਲੱਗ ਸਕਣ ਕਿਲੇ ਦੇ ਵਿੱਚ। ਲਰਬੇ ਹਿਤ ਘਾਤ ਬਣਾਏ ਕਰੋ, ਲੜਨ ਵਾਸਤੇ ਘਾਤ ਵੀ ਬਣਾਓ। ਕਿਲੇ ਦੇ ਵਿੱਚ ਦਾ ਵੀ ਰੱਖੋ, ਭਾਵ ਕਿਲੇ ਦੇ ਵਿੱਚ ਜਿਹੜੇ ਹੈ ਉਹ ਸਾਹਮਣੇ ਆਉਣ ਵਾਲੇ ਸ਼ਤਰੂ ਤੇ ਵਾਰ ਕੀਤੇ ਜਾ ਸਕਣ, ਐਸੇ ਗੁਪਤ ਮੋਰਚੇ ਵੀ ਰੱਖੋ। ਹੱਥ ਹੇਤ ਤੁਫੰਗ ਵਿਧਾਨ ਧਰੋ, ਤਾਂ ਕਿ ਕੰਧ ਦੇ ਵਿੱਚੋਂ ਦੀ ਸ਼ਤਰੂ ਨੂੰ ਵੇਖਿਆ ਵੀ ਜਾ ਸਕੇ ਤੇ ਸ਼ਤਰੂ ਤੇ ਗੋਲੀ ਵੀ ਦਾਗੀ ਜਾ ਸਕੇ। ਇਸ ਤਰ੍ਹਾਂ ਦੀ ਬੜੇ ਸੁਚੱਜੇ ਢੰਗ ਨਾਲ ਉਸਾਰੀ ਕਰੋ। ਗੁਰਪੁਰਬ ਹਾਥ ਲਗਾਏ ਦਿਓ, ਸਭ ਤੋਂ ਪਹਿਲਾਂ ਆਪ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਇਹ ਟੱਕ ਲਾਇਆ ਹੈ। ਰਣ ਲੈਨ ਫਤਿਹ ਉਤਸ਼ਾਹ ਹਿਓ, ਰਣ ਭੂਮੀ ਵਿੱਚ ਸ਼ਤਰੂ ਦੇ ਨਾਲ ਜੰਗ ਕਰਕੇ ਫਤਿਹ ਲੈਣ ਦਾ ਉਤਸ਼ਾਹ ਜਿਨ੍ਹਾਂ ਦੇ ਮਨ ਵਿੱਚ ਹੈ। ਸਮੁਦਾਏ ਲਗੇ ਡਾਲਤ ਪੰਕ ਕਨੋ ਕਨੋ, ਤਾਂ ਸਮੁਦਾਏ ਲਗੇ ਸਭ ਕਾਰ ਕਰੈ, ਤਦੋਂ ਸਾਰੇ ਜਿਹੜੇ ਆ ਉਹ ਲੱਗੇ ਹੋਏ ਕਾਰ ਕਰ ਰਹੇ ਹਨ, ਸਾਰੇ ਲੱਗ ਪਏ ਹਨ। ਬਹੁ ਰੋਰ ਪਰੋ ਬੜ ਜੰਗ ਮਨੋ, ਅਤੇ ਗਨ ਪਾਨ ਆਨ ਬਣਾਏ ਧਰੈ। ਸੋ ਇਸ ਤਰ੍ਹਾਂ ਸਾਰੇ ਜਿਹੜੇ ਉਹ ਲੱਗ ਗਏ ਆ ਕਾਰ ਕਰਨ ਵਾਸਤੇ, ਤੇ ਵੱਡੇ ਵੱਡੇ ਪਾਨ ਜਿਹੜੇ ਪੱਥਰ ਹੈ ਉਹ ਬਣਾ ਕੇ ਸਵਾਰ ਕੇ ਲਿਆ ਕੇ ਰੱਖਦੇ ਐ। ਮਿੱਤਰ ਕਾ ਗਨ ਡਾਲਤ ਪੰਕ, ਪੰਕ ਕਨ ਮ੍ਰਿਤਕਾ ਗਨ ਡਾਲਤ ਪੰਕ ਕਨੋ, ਮ੍ਰਿਤਕਾ ਨਾਮ ਮਿੱਟੀ, ਮਿੱਟੀ ਦੇ ਵਿੱਚ ਪਾਣੀ ਪਾ ਕੇ ਤੇ ਉਹਦਾ ਪੰਖ ਬਣਾ ਕੇ ਗਾਰਾ ਬਣਾ ਕੇ ਤੇ ਉਹ ਕਾਰੀਗਰ ਲਾ ਰਹੇ ਹਨ। ਬਹੁ ਰੋਰ ਪਰੋ ਬੜ ਜੰਗ ਮਨੋ, ਤੇ ਬੜਾ ਰੌਲਾ ਪੈ ਰਿਹਾ, ਵੱਡੀ ਗਿਣਤੀ ਵਿੱਚ ਇਕੱਠ ਹੈ, ਕਾਰੀਗਰ ਵੀ ਬੇਅੰਤ ਹੈ। ਤੇ ਗੁਰਾਂ ਨੇ ਹਾਲੇ ਅਰਦਾਸ ਕਰਕੇ ਕਾਰਜ ਆਰੰਭ ਕਰਵਾਇਆ ਤੇ ਸਾਰੇ ਲੱਗ ਪਏ ਹਨਗੇ। ਕਾਰੀਗਰਾਂ ਦੀ ਗਿਣਤੀ ਨਹੀਂ ਹੈ, ਮਜ਼ਦੂਰਾਂ ਦੀ ਗਿਣਤੀ ਨਹੀਂ ਹੈ, ਸੰਗਤ ਦੀ ਗਿਣਤੀ ਕੋਈ ਨਹੀਂ ਹੈ। ਕਿਤੇ ਪੱਥਰ ਲਿਆ ਰਿਹਾ, ਕੋਈ ਗਾਰਾ ਬਣਾ ਰਿਹਾ, ਕੋਈ ਕਾਰੀਗਰਾਂ ਨੂੰ ਦੇ ਰਿਹਾ, ਕੋਈ ਕਾਰੀਗਰ ਲਾ ਰਿਹਾ, ਬੜਾ ਰੌਲਾ ਪੈ ਰਿਹਾ ਉੱਥੇ, ਮਾਨੋ ਜਿਵੇਂ ਜੰਗ ਹੀ ਹੋ ਰਿਹਾ ਹੋਵੇ। ਸਿਰ ਉਪਰ ਕੋਏ ਉਠਾਵਤ ਹੈ, ਕੋਈ ਸਿਰ ਦੇ ਉੱਤੇ ਚੁੱਕ ਰਿਹਾ, ਪੱਥਰਾਂ ਨੂੰ ਲਿਆ ਰਿਹਾ। ਗਨ ਪਾਥਰ ਕੋ ਉਖਰਾਵਤ ਹੈ, ਗਨ ਸਮੂਹ ਪੱਥਰਾਂ ਨੂੰ ਉਖਾੜ ਕੇ ਨਦੀ ਵਿੱਚੋਂ ਲਿਆ ਰਿਹਾ ਹੈ। ਰਗਵੀਰ ਮਨੋ ਦਦ ਸੇਤ ਕਰਿਓ, ਮਾਨੋ ਭਗਵਾਨ ਸ੍ਰੀ ਰਾਮਚੰਦਰ ਜੀ ਸਮੁੰਦਰ ਦੇ ਉੱਤੇ ਸੇਤੂ ਬਣ ਰਿਹਾ, ਪੁਲ ਬਣ ਰਿਹਾ। ਨਰ ਬ੍ਰਿੰਦਨ ਤੇ ਇਮਰੌਰ ਪਰਿਓ, ਜਿਵੇਂ ਸੇਤੂ ਬੰਨਣ ਕਾਲ ਸਮੂਹ ਵਾਨਰ ਸੈਨਾ ਸੰਯੁਕਤ ਭਗਵਾਨ ਸ੍ਰੀ ਰਾਮਚੰਦਰ ਜੀ ਜਦੋਂ ਰਾਮੇਸ਼ਵਰ ਤੀਰਥ ਤੇ ਬੈਠੇ ਸੇਤੂ ਬਣਾ ਰਹੇ ਸੀ ਤੇ ਰੌਲਾ ਪੈ ਰਿਹਾ ਸੀ ਨਾ, ਇਸ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਜਮਨਾ ਨਦੀ ਦੇ ਕਿਨਾਰੇ ਤੇ ਬੈਠੇ ਸੇਵਾ ਲਾਈ ਹੋਈ ਕਿਲੇ ਦੀ ਉਸਾਰੀ ਦੀ, ਤੇ ਲੋਕੀ ਕੋ ਪੱਥਰ ਲਿਆ ਰਿਹਾ, ਉਗਾਰਾ ਬਣਾ ਰਿਹਾ, ਬੜਾ ਰੌਲਾ ਪੈ ਰਿਹਾ। ਕਹਿ ਕੋ ਇੱਕ ਕਾਰ ਕਰਾਵਤ ਹੈ, ਕੋਈ ਕਹਿ ਕੇ ਦੱਸ ਕੇ ਕੰਮ ਕਰਵਾ ਰਿਹਾ ਤੇ ਕੋਈ ਕਰ ਰਿਹਾ। ਵਿਦ ਰਾਖਨ ਕੋ ਸੋਭਤਾਵਤ ਹੈ, ਕੋਈ ਰੱਖਣ ਦੀ ਵਿਧੀ ਦੱਸ ਰਿਹਾ, ਭਾਈ ਇਹ ਇਸ ਤਰ੍ਹਾਂ ਰੱਖੋ ਲਿਆ ਕੇ।
ਗੁਰ ਸਾਂਝ ਸਕਾਰ ਨਿਹਾਰਤ ਹੈ। ਸਤਿਗੁਰੂ ਜੀ ਸ਼ਾਮਾਂ ਨੂੰ ਵੀ ਤੇ ਸਵੇਰੇ ਵੀ ਹੁੰਦੀ ਉਸਾਰੀ ਨੂੰ ਜਾ ਕੇ ਨਿਹਾਰਦੇ ਵੇਖਦੇ ਐ। ਮੁਖ ਸਾਧ ਹੈ ਸਾਧ ਉਚਾਰਤ ਹੈ। ਮੁਖੋਂ ਸ਼ਾਬਾਸ਼ੇ ਸ਼ਾਬਾਸ਼ੇ ਉਚਾਰਦੇ। ਕਾਰੀਗਰਾਂ ਨੂੰ ਵੀ ਗੁਰਦੇਵ ਸ਼ਾਬਾਸ਼ੇ ਦਿੰਦੇ। ਜਿਹੜੀ ਹੋਰ ਸੰਗਤ ਲੱਗੀ ਮਜ਼ਦੂਰ ਲੱਗੇ ਉਹਨਾਂ ਨੂੰ ਵੀ ਸ਼ਾਬਾਸ਼ੇ ਦਿੰਦੇ। ਇਸ ਤਰ੍ਹਾਂ ਗੁਰਾਂ ਦੁਆਰਾ ਆਰੰਭੇ ਇਸ ਕਿਲੇ ਦੀ ਉਸਾਰੀ ਦੀ ਸੇਵਾ ਜਿਹੜੀ ਹੈ ਬਹੁਤ ਹੀ ਉਦਮ ਤੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਕਮਾ ਰਹੀਆਂ ਹਨ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤਾਂ ਸ਼ੁਭਦੀ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਸਤਿਵਾਤ ਮੇਰ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਗੁਰ ਸਾਂਝ ਸਕਾਰ ਨਿਹਾਰਤ ਹੈ। ਮੁਖ ਸਾਧ ਹੈ ਸਾਧ ਉਚਾਰਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।